ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਸੈਕੰਡ ਪੋਇਮ ਔਨ ਫਰੈਂਡਸ਼ਿਪ ਰਿਟਨ ਬਾय ਖਲੀਲ ਜਿਬਰਾਨ, ਜਿਸ ਨੂੰ ਕਿ ਇੰਗਲਿਸ਼ ਲਿਟਰੇਚਰ ਵਿੱਚ ਖਲੀਲ ਜਿਬਰਾਨ ਕਰਕੇ ਲਿਖਿਆ ਜਾਂਦਾ ਹੈ। ਲੈਟਸ ਸਟਾਰਟ। ਇੰਟਰੋਡਕਸ਼ਨ ਟੂ ਦ ਪੋਇਮ। ਆਓ ਅਸੀਂ ਹੁਣ ਕੁਝ ਪੋਇਮ ਦੇ ਬਾਰੇ ਜਾਣਕਾਰੀ ਹਾਸਲ ਕਰੀਏ। The poem on friendship has been taken from the book The Prophet by Khalil Gibran। On friendship ਨਾਂ ਦੀ ਕਵਿਤਾ ਖਲੀਲ ਜਿਬਰਾਨ ਦੁਆਰਾ ਲਿਖੀ ਹੋਈ ਕਿਤਾਬ The Prophet ਦੇ ਵਿੱਚੋਂ ਲਈ ਗਈ ਹੈ। It was written in 1923। ਇਹ 1923 ਦੇ ਵਿੱਚ ਲਿਖੀ ਗਈ। It immediately brought the writer into the limelight and made him popular। ਇਸ ਕਿਤਾਬ ਨੇ ਛਪਦਿਆਂ ਹੀ ਇਸ ਦੇ ਰਾਈਟਰ ਨੂੰ ਪ੍ਰਸਿੱਧੀ ਦਿਵਾਈ ਅਤੇ ਉਸ ਨੂੰ ਹਰਮਨ ਪਿਆਰਾ ਕੀਤਾ। In this simple poem, ਇਸ ਸਧਾਰਨ ਜਿਹੀ ਪੋਇਮ ਦੇ ਵਿੱਚ the poet extols the virtues and advantages of having friends। ਕਵੀ ਦੋਸਤ ਮਿੱਤਰ ਰੱਖਣ ਦੇ ਗੁਣ ਅਤੇ ਉਸ ਦੇ ਲਾਭਾਂ ਦੀ ਪ੍ਰਸ਼ੰਸਾ ਕਰਦਾ ਹੈ। A friend is a gift of God। ਇੱਕ ਮਿੱਤਰ ਪਰਮਾਤਮਾ ਵੱਲੋਂ ਦਿੱਤਾ ਹੋਇਆ ਤੋਹਫਾ ਹੁੰਦਾ ਹੈ। He is God's way of answering your needs। ਉਹ ਤੁਹਾਡੀਆਂ ਲੋੜਾਂ ਦਾ ਪਰਮਾਤਮਾ ਦੇ ਤਰੀਕੇ ਦੁਆਰਾ ਦਿੱਤਾ ਹੋਇਆ ਜਵਾਬ ਹੁੰਦਾ ਹੈ। We nurture a bond of friendship with love। ਅਸੀਂ ਮਿੱਤਰਤਾ ਦੇ ਬੰਧਨ ਦਾ ਬੜੇ ਪਿਆਰ ਦੇ ਨਾਲ ਪਾਲਣ ਪੋਸ਼ਣ ਕਰਦੇ ਹਾਂ। And in return, ਅਤੇ ਇਸ ਦੇ ਬਦਲੇ ਵਿੱਚ we get gratitude or thanksgiving। ਅਤੇ ਇਸ ਦੇ ਬਦਲੇ ਅਸੀਂ ਸ਼ੁਕਰਾਨਾ ਅਤੇ ਅਹਿਸਾਨ ਦੇ ਭਾਵ ਪ੍ਰਾਪਤ ਕਰਦੇ ਹਾਂ। A friend acts like a board that provides strong support in all times। ਇੱਕ ਮਿੱਤਰ ਇੱਕ ਲੱਕੜੀ ਦੇ ਤਖਤੇ ਵਾਂਗ ਹੁੰਦਾ ਹੈ ਜੋ ਹਮੇਸ਼ਾ ਸਾਨੂੰ ਸਾਡੀ ਲਾਈਫ ਦੇ ਵਿੱਚ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ। He is like a fireside। ਉਹ ਇੱਕ ਬਲਦੀ ਹੋਈ ਅੱਗ ਵਾਲੀ ਜਗ੍ਹਾ ਵਰਗਾ ਹੁੰਦਾ ਹੈ। That provides us warmth in cold or turbulent times। ਜੋ ਕਿ ਸਾਨੂੰ ਨਿੱਘ ਪ੍ਰਦਾਨ ਕਰਦਾ ਹੈ ਜਦੋਂ ਠੰਡ ਹੋਵੇ ਜਾਂ ਸਾਡੇ ਜੀਵਨ 'ਚ ਜਦੋਂ ਅਸ਼ਾਂਤੀ ਹੋਵੇ, ਗੜਬੜ ਹੋਵੇ, ਉਪਦਰਵ ਮਚਿਆ ਹੋਵੇ। One does not fear to say no or yes to a friend। ਕੋਈ ਵੀ ਵਿਅਕਤੀ ਆਪਣੇ ਫਰੈਂਡ ਨੂੰ no ਕਹਿੰਦਿਆਂ ਜਾਂ yes ਕਹਿੰਦਿਆਂ ਡਰ ਮਹਿਸੂਸ ਨਹੀਂ ਕਰਦਾ। So one can either agree or disagree with friends without any fear of upsetting them। ਇਸੇ ਤਰ੍ਹਾਂ ਕੋਈ ਵੀ ਵਿਅਕਤੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਹਿਮਤ ਵੀ ਹੋ ਸਕਦਾ ਹੈ ਅਤੇ ਅਸਹਿਮਤ ਵੀ ਹੋ ਸਕਦਾ ਹੈ, ਬਿਨਾਂ ਇਸ ਡਰ ਦੇ ਕਿ ਉਹ ਉਹਨਾਂ ਨੂੰ ਅਪਸੈਟ ਕਰ ਰਿਹਾ ਹੈ, ਨਿਰਾਸ਼ ਕਰ ਰਿਹਾ ਹੈ ਜਾਂ ਤਕਲੀਫ ਦੇ ਰਿਹਾ ਹੈ। ਭਾਵ ਦੋਸਤਾਂ ਦੇ ਵਿੱਚ ਉਚੇਚ ਵਾਲਾ ਕੰਮ ਨਹੀਂ ਹੁੰਦਾ। One does not need to proclaim one's love for a friend। ਕਿਸੇ ਵੀ ਵਿਅਕਤੀ ਨੂੰ ਆਪਣੇ ਮਿੱਤਰ ਦੇ ਪ੍ਰਤੀ ਆਪਣੇ ਪਿਆਰ ਦੀ ਘੋਸ਼ਣਾ ਕਰਨ ਦੀ ਲੋੜ ਨਹੀਂ ਹੁੰਦੀ। ਕਿਸੇ ਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਤੂੰ ਮੇਰਾ ਮਿੱਤਰ ਹੈ ਤੇ ਮੈਂ ਤੈਨੂੰ ਪਿਆਰ ਕਰਦਾ ਹਾਂ। A friend will be able to read our thoughts। ਇੱਕ ਮਿੱਤਰ ਸਾਡੇ ਵਿਚਾਰਾਂ ਨੂੰ ਸਮਝਣ, ਜਾਣਨ ਅਤੇ ਪੜ੍ਹਨ ਦੇ ਬਹੁਤ ਯੋਗ ਹੁੰਦਾ ਹੈ। Even if we do not express them। ਭਾਵੇਂ ਅਸੀਂ ਉਸ ਅੱਗੇ ਆਪਣੇ ਵਿਚਾਰ ਬਿਆਨ ਨਾ ਵੀ ਕਰੀਏ। We can open our heart to them। ਅਸੀਂ ਆਪਣਾ ਦਿਲ ਉਹਨਾਂ ਮਿੱਤਰਾਂ ਦੇ ਅੱਗੇ ਖੋਲ ਸਕਦੇ ਹਾਂ। And share our joys and sorrows with them। ਅਤੇ ਅਸੀਂ ਆਪਣੀਆਂ ਖੁਸ਼ੀਆਂ ਅਤੇ ਦੁੱਖ ਉਹਨਾਂ ਦੇ ਨਾਲ ਸਾਂਝੇ ਕਰਦੇ ਹਾਂ। This is what can refresh our heart like the morning dew। ਇਹੀ ਭਾਵਨਾ ਹੈ ਜੋ ਕਿ ਸਾਡੇ ਦਿਲ ਨੂੰ ਸਵੇਰ ਦੀ ਔਂਸ ਵਾਂਗ ਰਿਫਰੈਸ਼ ਕਰਦੀ ਹੈ। The poet uses an excellent imagery in the poem। ਇਸ ਕਵਿਤਾ ਦੇ ਵਿੱਚ ਕਵੀ ਬਹੁਤ ਹੀ ਵਧੀਆ ਕਲਪਨਾ ਦਾ ਇਸਤੇਮਾਲ ਕਰਦਾ ਹੈ। The use of proper similes helps in conveying his thoughts and ideas in a befitting manner। ਸੋ similes ਤੋਂ ਭਾਵ ਹੁੰਦਾ ਜਦੋਂ ਅਸੀਂ ਕਿਸੇ ਗੱਲ ਲਈ ਕੋਈ ਉਹਦੇ ਬਿਲਕੁਲ ਬਰਾਬਰ ਦਾ ਦ੍ਰਿਸ਼ਟਾਂਤ ਦੇਣ ਲਈ ਇੱਕ ਐਗਜ਼ਾਮਪਲ ਦਿੰਦੇ ਹਾਂ, ਉਹਨੂੰ ਕਹਿੰਦੇ ਹਾਂ ਸਿਮਿਲਰ ਐਗਜ਼ਾਮਪਲ, ਭਾਵ similes। So the use of proper similes helps in conveying his thoughts and ideas in a befitting manner। So ਇਹ ਟੁਕਵੀਆਂ ਉਪਮਾਵਾਂ ਭਾਵ similes ਕਵੀ ਲਈ ਉਸ ਦੇ ਵਿਚਾਰ ਅਤੇ ਉਦੇਸ਼ਾਂ ਨੂੰ ਬੜੇ ਹੀ ਟੁਕਵੇਂ ਢੰਗ ਦੇ ਨਾਲ ਸਾਡੇ ਤੱਕ ਕਨਵੇ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਹਨ। Let's start the poem। And a youth said, Speak to us of friendship।
ਹੁਣ ਕਿਉਂਕਿ ਇਹ ਇੱਕ ਬੁੱਕ ਹੈ ਪ੍ਰੋਫੈਟ, ਸੋ ਇਹ ਪੋਇਮ ਉਹਦੇ ਵਿੱਚੋਂ ਲਈ ਗਈ ਹੈ। ਸੋ ਇੱਥੇ ਇੱਕ ਯੂਥ ਯਾਨੀ ਇੱਕ ਨੌਜਵਾਨ ਉਸ ਪ੍ਰੋਫੈਟ ਨੂੰ ਕਹਿੰਦਾ ਕਿ ਸਾਡੇ ਨਾਲ ਫਰੈਂਡਸ਼ਿਪ ਬਾਰੇ ਗੱਲ ਕਰੋ ਕਿ ਮਿੱਤਰਤਾ ਕੀ ਹੈ, ਉਸ ਬਾਰੇ ਸਾਨੂੰ ਜਾਣਕਾਰੀ ਦਿਓ। ਤਾਂ ਫਿਰ ਉਸ ਪ੍ਰੋਫੈਟ ਨੇ ਕੀ ਕਿਹਾ ਕਿ ਯੂਅਰ ਫਰੈਂਡ ਇਜ਼ ਯੂਅਰ ਨੀਡਸ ਆਨਸਰਡ, ਕਿ ਤੁਹਾਡਾ ਦੋਸਤ ਉਹ ਤੁਹਾਡੀਆਂ ਜ਼ਰੂਰਤਾਂ ਦਾ, ਤੁਹਾਡੀਆਂ ਲੋੜਾਂ ਦਾ ਪਰਮਾਤਮਾ ਵੱਲੋਂ ਦਿੱਤਾ ਗਿਆ ਇੱਕ ਜਵਾਬ ਹੈ। ਇਹ ਭਾਵ ਤੁਹਾਡੀਆਂ ਲੋੜਾਂ ਕਿਹਦੇ ਥਰੂ ਪੂਰੀਆਂ ਹੋਣਗੀਆਂ? ਤੁਹਾਡੇ ਦੋਸਤਾਂ ਵੱਲੋਂ। ਤਾਂ ਹੀ ਕਿਹਾ ਜਾਂਦਾ ਹੈ ਕਿ ਮਿੱਤਰ ਉਹ ਜੋ ਮੁਸੀਬਤ ਵੇਲੇ ਕੰਮ ਆਏ, ਸੋ ਉਸ ਨੂੰ ਹੀ ਅਸੀਂ ਆਪਣਾ ਮਿੱਤਰ ਕਹਾਂਗੇ। ਭਾਵ ਪਰਮਾਤਮਾ ਤੁਹਾਡੀਆਂ ਲੋੜਾਂ ਤੁਹਾਡੇ ਦੋਸਤਾਂ ਦੇ ਦੁਆਰਾ ਪੂਰੀਆਂ ਕਰਦਾ ਹੈ। ਹੀ ਇਜ਼ ਯੂਅਰ ਫੀਲਡ, ਉਹ ਦੋਸਤ ਕਿਹੋ ਜਿਹਾ ਹੈ? ਉਹ ਦੋਸਤ ਕੌਣ ਹੈ? ਉਹ ਤੁਹਾਡੇ ਖੇਤ ਵਰਗਾ ਹੈ, ਉਹ ਤੁਹਾਡੀ ਫਸਲ ਵਰਗਾ ਹੈ। ਵਿਚ ਯੂ ਸੋ ਵਿਦ ਲਵ, ਜਿਸ ਨੂੰ ਕਿ ਤੁਸੀਂ ਬੀਜਦੇ ਹੋ, ਉਹਦੀ ਰੱਖਿਆ ਕਰਦੇ ਹੋ, ਉਹਦੀ ਪਰਵਰਿਸ਼ ਕਰਦੇ ਹੋ ਬੜੇ ਪਿਆਰ ਦੇ ਨਾਲ, ਭਾਵ ਉਸ ਦੇ ਨਾਲ ਦੋਸਤੀ ਨਿਭਾਉਂਦੇ ਹੋ। ਐਂਡ ਰੀਪ ਵਿਦ ਥੈਂਕਸ ਗਿਵਿੰਗ, ਅਤੇ ਧੰਨਵਾਦੀ ਹੁੰਦੇ ਹੋਏ ਉਹੀ ਫਸਲ ਕੱਟਦੇ ਹੋ, ਭਾਵ ਤੁਸੀਂ ਇੱਕ ਦੂਜੇ ਦੇ ਔਖੇ ਟਾਈਮ ਕੰਮ ਆਉਂਦੇ ਹੋ। ਐਂਡ ਹੀ ਇਜ਼ ਯੂਅਰ ਬੋਰਡ, ਅਤੇ ਉਹ ਤੁਹਾਡੇ ਲਈ ਇੱਕ ਬੋਰਡ ਦੀ ਤਰ੍ਹਾਂ ਹੈ, ਇੱਕ ਲੱਕੜੀ ਦੇ ਤਖਤੇ ਦੀ ਤਰ੍ਹਾਂ ਹੈ ਜੋ ਕਿ ਕਾਫੀ ਸਟਰੋਂਗ ਹੁੰਦਾ ਹੈ ਤੇ ਕਾਫੀ ਅੱਛਾ ਬੇਸ ਪ੍ਰੋਵਾਈਡ ਕਰਦਾ ਹੈ। ਭਾਵ ਤੁਹਾਡਾ ਦੋਸਤ ਤੁਹਾਡੀ ਜ਼ਿੰਦਗੀ ਦਾ ਆਧਾਰ ਹੁੰਦਾ ਹੈ। ਐਂਡ ਯੂਅਰ ਫਾਇਰ ਸਾਈਡ, ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਨਿੱਘ ਪਹੁੰਚਾਉਣ ਲਈ ਇੱਕ ਬਲਦੀ ਹੋਈ ਅੱਗ ਵਾਲੀ ਜਗ੍ਹਾ ਹੈ ਜਿਹਦੇ ਕੋਲ ਆ ਕੇ ਤੁਸੀਂ ਨਿੱਘ ਮਹਿਸੂਸ ਕਰਦੇ ਹੋ। ਫॉर ਯੂ ਕਮ ਟੂ ਹਿਮ ਵਿਦ ਯੂਅਰ ਹੰਗਰ, ਕਿ ਤੁਸੀਂ ਉਸ ਦੋਸਤ ਦੇ ਕੋਲ ਆਪਣੀ ਭੁੱਖ ਮਿਟਾਉਣ ਜਾਂਦੇ ਹੋ। ਭਾਵ ਕੋਈ ਨਾ ਕੋਈ ਤੁਹਾਨੂੰ ਭੁੱਖ ਹੁੰਦੀ ਹੈ, ਕੋਈ ਨਾ ਕੋਈ ਤੁਹਾਨੂੰ ਲੋੜ ਹੁੰਦੀ ਹੈ ਜਿਸ ਦੀ ਪੂਰਤੀ ਲਈ ਤੁਸੀਂ ਆਪਣੇ ਦੋਸਤ ਕੋਲ ਜਾਂਦੇ ਹੋ। ਐਂਡ ਯੂ ਸੀਕ ਹਿਮ ਫॉर ਪੀਸ, ਅਤੇ ਉਸ ਦੀ ਸ਼ਾਂਤੀ ਦੇ ਲਈ, ਜੋ ਤੁਹਾਡੇ ਅੰਦਰ ਭੁੱਖ ਹੁੰਦੀ ਹੈ ਉਸ ਨੂੰ ਸ਼ਾਂਤ ਕਰਨ ਦੇ ਲਈ ਤੁਸੀਂ ਉਸ ਦਾ ਸਾਥ ਭਾਲਦੇ ਹੋ, ਉਸ ਦੇ ਨਾਲ ਬੈਠਣਾ ਚਾਹੁੰਦੇ ਹੋ ਤਾਂ ਕਿ ਤੁਹਾਨੂੰ ਜਿਸ ਚੀਜ਼ ਦੀ ਭੁੱਖ ਹੈ ਉਸ ਚੀਜ਼ ਨੂੰ ਸ਼ਾਂਤ ਕੀਤਾ ਜਾਏ। ਸੋ ਪਹਿਲੀਆਂ ਤੁਕਾਂ 'ਚ ਜਿੱਥੇ ਫਿਜ਼ੀਕਲ ਲੋੜਾਂ ਦੀ ਗੱਲ ਕੀਤੀ ਗਈ, ਉੱਥੇ ਹੀ ਇਹਨਾਂ ਤੁਕਾਂ ਵਿੱਚ ਜੋ ਮੈਂਟਲ ਜਾਂ ਸਪਿਰਿਚੁਅਲ ਲੋੜਾਂ ਹੁੰਦੀਆਂ ਹਨ ਉਹ ਵੀ ਸਾਡਾ ਜਿਹੜਾ ਫਰੈਂਡ ਹੈ ਸਾਡੀਆਂ ਸ਼ਾਂਤ ਕਰਦਾ ਹੈ, ਭਾਵ ਉਹਨਾਂ ਦੇ ਵਿੱਚ ਵੀ ਸਾਡੀ ਸਹਾਇਤਾ ਕਰਦਾ ਹੈ। ਵੈਨ ਯੂਅਰ ਫਰੈਂਡ ਸਪੀਕਸ ਹਿਜ਼ ਮਾਈਂਡ, ਜਦੋਂ ਤੁਹਾਡਾ ਦੋਸਤ ਆਪਣੇ ਮਨ ਦੇ ਵਿੱਚ ਆਏ ਹੋਏ ਖਿਆਲਾਂ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਹੈ। You fear not the nay in your own mind, ਤਾਂ ਉਸ ਦੇ ਖਿਆਲਾਂ ਨੂੰ ਜਾਂ ਉਸ ਦੀਆਂ ਭਾਵਨਾਵਾਂ ਨੂੰ ਨਕਾਰਦੇ ਹੋਏ, ਭਾਵ ਉਸ ਨੂੰ ਨਾ ਕਰਦੇ ਹੋਏ ਤੁਹਾਨੂੰ ਕੋਈ ਡਰ ਨਹੀਂ ਲੱਗਦਾ। ਭਾਵ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਸ ਨੂੰ ਬੁਰਾ ਲੱਗੇਗਾ। ਸੋ ਕਹਿਣ ਤੋਂ ਭਾਵ ਇਹੀ ਸੱਚੇ ਮਿੱਤਰ ਦੀ ਨਿਸ਼ਾਨੀ ਹੈ ਕਿ ਜਦੋਂ ਉਹ ਕੋਈ ਆਪਣੀ ਗੱਲ ਕਰੇ ਤੇ ਤੁਸੀਂ ਉਸ ਦੀ ਗੱਲ ਨੂੰ ਨਕਾਰ ਦੇਵੋ ਜਾਂ ਨੈਗੇਟਿਵ ਕਮੈਂਟ ਕਰੋ ਕਿ ਹਾਂ ਜੋ ਤੂੰ ਕਹਿ ਰਿਹਾ ਉਹ ਬਿਲਕੁਲ ਠੀਕ ਨਹੀਂ ਹੈ, ਜਾਂ ਉਸ ਦੇ ਦਿੱਤੇ ਹੋਏ ਪ੍ਰਪੋਜ਼ਲ ਨੂੰ ਤੁਸੀਂ ਨੋ ਕਹਿ ਦਿੰਦੇ ਹੋ, ਤਾਂ ਵੀ ਉਸ ਨੂੰ ਤੇ ਤੁਹਾਨੂੰ ਅਜਿਹਾ ਕਰਨ ਵਿੱਚ ਕੋਈ ਵੀ ਡਰ ਇੱਕ ਦੂਜੇ ਤੋਂ ਨਾ ਲੱਗੇ। ਨੋ ਡੂ ਯੂ ਵਿਦਹੋਲਡ ਦਾ A ਮੀਨਸ ਯੈਸ, ਵਿਦਹੋਲਡ ਮੀਨਸ ਰੋਕਣਾ, ਤੇ ਨਾ ਹੀ ਜੇ ਤੁਸੀਂ ਉਹਦੇ ਨਾਲ ਸਹਿਮਤ ਹੁੰਦੇ ਹੋ ਤੇ ਉਹਦੀ ਗੱਲ ਲਈ ਯੈਸ ਕਹਿਣ ਤੋਂ ਆਪਣੇ ਆਪ ਨੂੰ ਰੋਕਦੇ ਹੋ, ਅਜਿਹਾ ਵੀ ਨਹੀਂ ਹੁੰਦਾ। ਐਂਡ ਵੈਨ ਹੀ ਇਜ਼ ਸਾਇਲੈਂਟ, ਅਤੇ ਜਦੋਂ ਤੁਹਾਡਾ ਦੋਸਤ ਸਾਇਲੈਂਟ ਹੋਵੇ, ਭਾਵ ਸ਼ਾਂਤ ਹੋਵੇ, ਚੁੱਪ ਹੋਵੇ, ਕੁਝ ਵੀ ਨਾ ਬੋਲਦਾ ਹੋਵੇ, ਯੂਅਰ ਹਾਰਟ ਸੀਜ਼ਿਜ਼ ਨੋਟ, ਸੀਜ਼ਿਜ਼ ਮੀਨਸ ਸਟਾਪਸ, ਕਿ ਉਹ ਰੁਕਦਾ ਨਹੀਂ ਹੈ। ਕੌਣ? ਤੁਹਾਡਾ ਦਿਲ। ਕਿਸ ਵਾਸਤੇ ਨਹੀਂ ਰੁਕਦਾ? ਯੂਅਰ ਹਾਰਟ ਸੀਜ਼ਿਜ਼ ਨੋਟ ਟੂ ਲਿਸਨ ਟੂ ਹਿਜ਼ ਹਾਰਟ, ਤਾਂ ਵੀ ਤੁਹਾਡਾ ਦਿਲ ਤੁਹਾਡੇ ਦੋਸਤ ਦੇ ਸ਼ਾਂਤ ਰਹਿਣ ਦੇ ਬਾਵਜੂਦ ਵੀ ਉਸ ਦੇ ਦਿਲ ਦੀਆਂ ਗੱਲਾਂ ਨੂੰ ਸੁਣਨ ਅਤੇ ਸਮਝਣ ਲਈ ਰੁਕਦਾ ਨਹੀਂ ਹੈ। ਭਾਵ ਉਹ ਆਪਣੇ ਦੋਸਤ ਦੇ ਦਿਲ ਦੇ ਹਾਵ ਭਾਵ ਉਸ ਦੇ ਕੁਝ ਨਾ ਦੱਸਣ ਤੋਂ ਬਿਨਾਂ ਵੀ ਉਹ ਜਾਣ ਲੈਂਦਾ ਹੈ। ਜਿਵੇਂ ਉਹ ਕਹਿੰਦੇ ਨਾ ਕਿ ਨਿਗਾਹੋਂ ਨੇ ਨਿਗਾਹੋਂ ਸੇ ਮੁਲਾਕਾਤ ਕਰ ਲਈ, ਰਹੇ ਦੋਨੋਂ ਖਾਮੋਸ਼ और बात कर ली। दोस्त यार जो तुसी गल कहना चाहते हो ते जे तुसी वो नहीं भी कहते तां भी वो समझ जाते ने। जिद्दां एक उर्दू दे शायर ने बहुत अच्छा बयान किया है कि वो बात जिसका सारे फसाने में जिक्र ही ना था वो बात उनको बड़ी नागवार गुजरी है। कि ਜਦੋਂ ਤੁਸੀਂ ਦੁਖੀ ਹੋਵੋ ਤੇ ਆਪਣਾ ਦੁੱਖ ਆਪਣੇ ਦੋਸਤ ਨੂੰ ਨਾ ਦੱਸੋ, ਉਹ ਦੋਸਤ ਸਮਝ ਤਾਂ ਜਾਂਦਾ ਹੈ ਪਰ ਉਸ ਨੂੰ ਇਹ ਗੱਲ ਬੜੀ ਨਾਗਵਾਰ ਗੁਜ਼ਰਦੀ ਹੈ ਕਿ ਮੇਰੇ ਦੋਸਤ ਨੇ ਮੇਰੇ ਕੋਲ ਆਪਣਾ ਦੁੱਖ ਛੁਪਾਇਆ। ਫॉर ਵਿਦਆਊਟ ਵਰਡਸ ਇਨ ਫਰੈਂਡਸ਼ਿਪ, ਕਿ ਫਰੈਂਡਸ਼ਿਪ ਦੇ ਵਿੱਚ ਅਸੀਂ ਬਿਨਾਂ ਸ਼ਬਦਾਂ ਦੇ, ਬਿਨਾਂ ਕੁਝ ਖਾਸ ਬੋਲੇ,
all thoughts ਆਪਣੇ ਸਾਰੇ ਵਿਚਾਰ, all desires ਆਪਣੀਆਂ ਸਾਰੀਆਂ ਖੁਆਇਸ਼ਾਂ, all expectations ਇੱਕ ਦੂਜੇ ਤੋਂ ਲਾਈਆਂ ਉਮੀਦਾਂ are born and shared। ਉਹ ਨਿਸ਼ਬਦ ਹੋ ਕੇ ਹੀ ਫਰੈਂਡਸ਼ਿਪ ਦੇ ਦਾਇਰੇ ਦੇ ਵਿੱਚ ਪੈਦਾ ਹੁੰਦੀਆਂ ਹਨ ਅਤੇ ਅਸੀਂ ਇੱਕ ਦੂਜੇ ਦੇ ਨਾਲ ਵੀ ਆਪਣੇ ਵਿਚਾਰ, ਇੱਛਾਵਾਂ, ਖੁਆਇਸ਼ਾਂ, ਐਕਸਪੈਕਟੇਸ਼ਨ ਇੱਕ ਦੂਜੇ ਨਾਲ ਸ਼ੇਅਰ ਵੀ ਕਰਦੇ ਹਾਂ। ਕਿਸ ਤਰ੍ਹਾਂ ਸ਼ੇਅਰ ਕਰਦੇ ਹਾਂ? with joy that is unacclaimed, ਖੁਸ਼ੀ ਦੇ ਨਾਲ, ਇੰਨੀ ਖੁਸ਼ੀ ਦੇ ਨਾਲ ਜਿਹਦਾ ਕੋਈ ਹਿਸਾਬ ਨਹੀਂ ਹੈ। ਤੇ ਦੋਸਤੀ ਨੂੰ ਜ਼ਿੰਦਾ ਰੱਖਣ ਲਈ ਇਹ ਸਾਰੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ ਸੱਚੀ ਬਹੁਤ ਜ਼ਰੂਰੀ ਹੈ। ਜਿੱਦਾਂ ਸੁਰਜੀਤ ਪਾਤਰ ਜੀ ਵੀ ਲਿਖਦੇ ਹਨ ਕਿ ਦਿਲ ਖੋਲ ਲੈਂਦੇ ਜੇ ਯਾਰਾਂ ਦੇ ਨਾਲ ਤਾਂ ਫਿਰ ਇਹ ਖੋਲਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ। ਤੇ ਜੇ ਅਸੀਂ ਦਿਲ ਦੀਆਂ ਟੈਨਸ਼ਨਸ, ਦਿਲ ਦੇ ਹਾਵ ਭਾਵ ਜੋ ਸਾਡੇ ਦਿਲ ਵਿੱਚ ਆਇਆ ਇੱਕ ਦੂਜੇ ਨਾਲ ਸਾਂਝਾ ਕਰ ਲਈਏ, ਟਾਈਮ ਸਿਰ ਕਰ ਲਈਏ ਤਾਂ ਬਹੁਤ ਵਧੀਆ। ਨਹੀਂ ਤਾਂ ਉਹ ਸਾਰੇ ਹਾਵ ਭਾਵ ਦਿਲ ਦੇ ਵਿੱਚ ਰਹਿ ਕੇ ਟੈਨਸ਼ਨ ਤੇ ਸਟ੍ਰੈਸ ਨੂੰ ਇਨਕਰੀਜ਼ ਕਰਦੇ ਹਨ। ਅਖੀਰ ਤੇ ਫਿਰ ਡਾਕਟਰਾਂ ਕੋਲ ਜਾ ਕੇ ਦਿਲ ਔਜ਼ਾਰਾਂ ਦੇ ਨਾਲ ਖੁਲਵਾਉਣੇ ਪੈਂਦੇ ਹਨ ਤੇ ਉਹਦੀ ਓਪਨ ਹਾਰਟ ਸਰਜਰੀ ਕਰਵਾਉਣੀ ਪੈਂਦੀ ਹੈ। ਉਰਦੂ ਵਿੱਚ ਵੀ ਬੜਾ ਅੱਛਾ ਕਿਹਾ ਗਿਆ ਹੈ ਕਿ ਦਿਲੋਂ ਕੀ ਦੂਰੀਆਂ बढ़ती रहेंगी ਅਗਰ ਕੁਛ ਮਸ਼ਵਰੇ ਬਾਹਮ ਨਾ ਹੋਣਗੇ। ਬਾਹਮ ਕਹਿੰਦੇ ਨੇ ਐਕਸਚੇਂਜ ਨੂੰ। ਵੈਨ ਯੂ ਪਾਰਟ ਫਰੋਮ ਯੂਰ ਫਰੈਂਡ, ਜਦੋਂ ਤੁਸੀਂ ਆਪਣੇ ਦੋਸਤ ਤੋਂ ਪਾਰਟ ਹੁੰਦੇ ਹੋ, ਭਾਵ ਜੁਦਾ ਹੁੰਦੇ ਹੋ, ਅਲੱਗ ਹੁੰਦੇ ਹੋ, ਯੂ ਗਰੀਵ ਨੋਟ, ਤਾਂ ਤੁਸੀਂ ਇਸ ਦਾ ਦੁੱਖ ਮਹਿਸੂਸ ਨਹੀਂ ਕਰਦੇ, ਭਾਵ ਇਸ ਉੱਤੇ ਵਿਰਲਾਪ ਨਹੀਂ ਕਰਦੇ। ਫॉर दैट which you love most in him may be clearer in his absence, ਕਿ ਉਸ ਵਿਅਕਤੀ ਦੀ ਜੋ ਗੱਲ ਜਿਸ ਨਾਲ ਕਿ ਤੁਹਾਨੂੰ ਬਹੁਤ ਪਿਆਰ ਹੈ ਉਹ ਉਸ ਦੀ ਐਬਸੈਂਸ ਦੇ ਵਿੱਚ ਹੋਰ ਜ਼ਿਆਦਾ ਕਲੀਅਰ ਹੋ ਕੇ ਤੁਹਾਡੇ ਸਾਹਮਣੇ ਆਉਂਦੀ ਹੈ। ਕਿਸ ਤਰ੍ਹਾਂ? ਐਜ਼ ਦਾ ਮਾਊਂਟੇਨ ਟੂ ਦ ਕਲਾਈਂਬਰ ਇਜ਼ ਕਲੀਅਰਰ ਫਰੋਮ ਦ ਪਲੇਨ, ਕਿ ਜਦੋਂ ਇੱਕ ਪਰਵਤ ਰੋਹੀ ਭਾਵ ਪਰਵਤ ਤੇ ਚੜ੍ਹਨ ਵਾਲਾ ਜੋ ਕਿ ਪਰਵਤ ਨੂੰ ਪਿਆਰ ਕਰਦਾ ਹੈ ਉਸ ਨੂੰ ਪਲੇਨ ਤੇ ਭਾਵ ਸਮਤਲ ਮੈਦਾਨ ਤੇ ਖੜਾ ਹੋ ਕੇ ਪੂਰੇ ਪਰਵਤ ਨੂੰ ਬਹੁਤ ਆਰਾਮ ਨਾਲ, ਬਹੁਤ ਆਨੰਦਮਈ ਢੰਗ ਨਾਲ ਦੇਖ ਸਕਦਾ ਹੈ। ਪਰ ਜਦੋਂ ਉਹ ਪਰਵਤ ਤੇ ਚੜ੍ਹ ਰਿਹਾ ਹੋਵੇ ਤਾਂ ਉਸ ਪਰਵਤ ਦਾ ਨਜ਼ਾਰਾ ਉੱਥੇ ਖੜੇ ਹੋਏ ਉੱਥੇ ਜਾ ਕੇ ਉਹ ਨਹੀਂ ਲੈ ਸਕਦਾ। ਇਸ ਦੀ ਹਰ ਇੱਕ ਲਾਈਨ ਤੇ ਮੈਨੂੰ ਕੋਈ ਨਾ ਕੋਈ ਉਰਦੂ ਪੋਇਟਰੀ, ਉਰਦੂ ਸ਼ਾਇਰੀ ਜਾਂ ਪੰਜਾਬੀ ਸ਼ਾਇਰੀ ਦੇ ਕੁਝ ਅਲਫਾਜ਼ ਮੇਰੇ ਦਿਮਾਗ ਵਿੱਚ ਆ ਰਹੇ ਹਨ ਜੋ ਕਿ ਇਸੇ ਨੂੰ ਹੀ ਹੋਰ ਜ਼ਿਆਦਾ ਡਿਸਕ੍ਰਾइब करते हैं। सो एक उर्दू का बहुत अच्छा शेर है कि मैं जब भी उसके ख्यालों में खो सा जाता हूँ वो खुद भी बात करे तो बुरा लगे है मुझे। ਭਾਵ ਉਹਦੀਆਂ ਯਾਦਾਂ ਜਿਹੜੀਆਂ ਹਨ ਜਿਨ੍ਹਾਂ ਨਾਲ ਮੈਨੂੰ ਪਿਆਰ ਹੈ, ਜਦੋਂ ਮੈਂ ਉਹਦੀਆਂ ਯਾਦਾਂ ਵਿੱਚ ਖੋ ਜਾਂਦਾ ਹਾਂ ਤਾਂ ਉਹਦੀਆਂ ਯਾਦਾਂ ਦੇ ਵਿੱਚੋਂ ਜੇ ਮੈਨੂੰ ਉਹ ਬੰਦਾ ਖੁਦ ਵੀ ਆ ਕੇ ਤੋੜਨ ਦਾ ਤੇ ਕੱਢਣ ਦਾ ਯਤਨ ਕਰੇ ਤਾਂ ਵੀ ਮੈਨੂੰ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਮੈਨੂੰ ਉਹਦੀਆਂ ਯਾਦਾਂ ਦੇ ਨਾਲ ਪਿਆਰ ਹੈ। ਸੋ ਇਸ ਨੂੰ ਕਹਿੰਦੇ ਹਨ ਫਰੈਂਡਸ਼ਿਪ। ਐਂਡ ਲੈਟ ਦੇਅਰ ਬੀ ਨੋ ਪਰਪਸ ਇਨ ਫਰੈਂਡਸ਼ਿਪ, ਅਤੇ ਇਸ ਤੋਂ ਇਲਾਵਾ ਫਰੈਂਡਸ਼ਿਪ ਦੇ ਵਿੱਚ, ਮਿੱਤਰਤਾ ਦੇ ਵਿੱਚ ਕੋਈ ਹੋਰ ਪਰਪਸ ਨਹੀਂ ਹੋਣਾ ਚਾਹੀਦਾ, ਕੋਈ ਹੋਰ ਉਦੇਸ਼ ਨਹੀਂ ਹੋਣਾ ਚਾਹੀਦਾ, ਕੋਈ ਹੋਰ ਮਤਲਬ ਨਹੀਂ ਹੋਣਾ ਚਾਹੀਦਾ। ਸੇਵ ਦਾ ਡੀਪਨਿੰਗ ਆਫ ਦਾ ਸਪਿਰਿਟ, ਤੇ ਕਿਸ ਪਰਪਸ ਤੋਂ ਬਿਨਾ ਹੋਰ ਦੂਸਰਾ ਪਰਪਸ ਨਹੀਂ ਹੋਣਾ ਚਾਹੀਦਾ ਕਿ ਇੱਕ ਦੂਜੇ ਦੀ ਆਤਮਾ ਦੇ ਵਿੱਚ ਡੂੰਘਾ ਉਤਰਨਾ, ਇੱਕ ਦੂਜੇ ਨੂੰ ਇੰਨੇ ਅੱਛੇ ਲੱਗਣਾ, ਇੱਕ ਦੂਜੇ ਦੇ ਇੰਨੇ ਕੰਮ ਆਣਾ। ਸਿਰਫ ਇਸੇ ਪਰਪਸ ਤੋਂ ਬਿਨਾ ਕੋਈ ਹੋਰ ਪਰਪਸ ਦੋਸਤੀ ਦੇ ਆੜੇ ਨਹੀਂ ਆਣਾ ਚਾਹੀਦਾ। ਫॉर ਲਵ ਦ ਸੀਕਸ ਆਊਟ, ਸੀਕਸ ਹੁੰਦਾ ਭਾਲਣਾ, ਲੱਭਣਾ, ਆਊਟ ਯਾਨੀ ਐਨੀਥਿੰਗ, ਬਟ ਦਾ ਡਿਸਕਲੋਜ਼ਰ ਆਫ ਇਟਸ ਓਨ ਮਿਸਟਰੀ, ਕਿਉਂਕਿ ਅਜਿਹਾ ਪਿਆਰ ਜੋ ਕਿ ਆਪਣੇ ਹੀ ਰਹੱਸ ਨੂੰ ਖੋਲਣ ਤੋਂ ਬਿਨਾ ਕੁਝ ਹੋਰ ਲਾਲਚ ਜਾਂ ਮਤਲਬ ਦੀ ਭਾਲ ਵਿੱਚ ਹੈ, ਇਜ਼ ਨੋਟ ਲਵ, ਉਹ ਪਿਆਰ ਨਹੀਂ ਹੈ, ਬਟ ਨੈਟ ਕਾਸਟ ਫੋਰਥ, ਬਲਕਿ ਇਹ ਇੱਕ ਬੁਣਿਆ ਹੋਇਆ, ਇੱਕ ਵਿਛਾਇਆ ਹੋਇਆ ਜਾਲ ਹੈ। ਐਂਡ ਓਨਲੀ ਦਾ ਅਨਪ੍ਰੋਫਿਟੇਬਲ ਇਜ਼ ਕੌਟ, ਅਤੇ ਉਸ ਵਿੱਚ ਸਿਰਫ ਉਹੀ ਚੀਜ਼ ਫਸਦੀ ਹੈ ਜਿਸ ਦਾ ਕੋਈ ਲਾਭ ਨਹੀਂ ਹੈ, ਭਾਵ ਅਜਿਹੇ ਕਾਰੇ ਵਿੱਚੋਂ ਕੁਝ ਵੀ ਹਾਸਲ ਨਹੀਂ ਹੁੰਦਾ, ਅਜਿਹੀ ਲਾਲਚ ਵਸ ਪਾਈ ਹੋਈ ਦੋਸਤੀ ਵਿੱਚੋਂ ਕੁਝ ਵੀ ਨਸੀਬ ਨਹੀਂ ਹੁੰਦਾ। ਐਂਡ ਲੈਟ ਯੂਰ ਬੈਸਟ ਬੀ ਫॉर ਯੂਰ ਫਰੈਂਡ, ਅਤੇ ਜੋ ਵੀ ਤੁਹਾਡੇ ਵਿੱਚ ਅੱਛਾਈ ਹੈ, ਜੋ ਵੀ ਤੁਹਾਡੇ ਵਿੱਚ ਚੰਗੇ ਗੁਣ ਹਨ, ਉਹ ਆਪਣੇ ਦੋਸਤ ਲਈ ਰੱਖੋ। ਇਫ ਯੂ ਮਸਟ ਨੋ ਦਾ ਐਬ ਆਫ ਯੂਰ ਟਾਈਡ, ਕਿ ਜੇ ਤੁਹਾਡੇ ਮਿੱਤਰ ਨੂੰ ਉਹ ਸਮਾਂ ਪਤਾ ਹੈ ਜਦੋਂ ਤੁਹਾਡੀਆਂ ਲਹਿਰਾਂ ਪੂਰੇ ਉਫਾਨ ਤੇ ਨਹੀਂ ਹਨ, ਭਾਵ ਤੁਸੀਂ ਮਾੜੇ ਟਾਈਮ ਤੋਂ ਨਿਕਲ ਰਹੇ ਹੋ, ਇੱਕ ਜੱਦੋ ਜਹਿਦ ਦੇ ਟਾਈਮ ਤੇ ਨਿਕਲ ਰਹੇ ਹੋ, ਭਾਵ ਤੁਹਾਡੇ ਚੰਗੇ ਦਿਨ ਨਹੀਂ ਚੱਲ ਰਹੇ, ਜੇ ਉਦੋਂ ਤੁਹਾਡਾ ਦੋਸਤ ਤੁਹਾਡੇ ਨਾਲ ਖੜਾ ਹੈ, ਤੁਹਾਡੀ ਮੁਸ਼ਕਲ ਵਿੱਚ ਤੁਹਾਡਾ ਸਾਥ ਦੇ ਰਿਹਾ ਹੈ, ਲੈਟ ਹਿਮ ਨੋ ਇਟਸ ਫਲੱਡ ਆਲਸੋ,
ਤਾਂ ਉਸ ਨੂੰ ਜਦੋਂ ਉਸ ਪਾਣੀ ਵਿੱਚ ਫਲੱਡ ਆਵੇ, ਭਾਵ ਪਾਣੀ ਦੀ ਬਹੁਤਾਤ ਹੋਵੇ, ਤਾਂ ਉਸ ਵੇਲੇ ਵੀ ਉਸ ਨੂੰ ਨਾਲ ਰੱਖੋ। ਸੋ ਇੱਥੇ ਦੋ ਦ੍ਰਿਸ਼ਟਾਂਤ ਦਿੱਤੇ ਗਏ ਹਨ, ਸਿਮਿਲੀਜ਼ ਦਿੱਤੀਆਂ ਗਈਆਂ ਹਨ, ਇੱਕ ਐਬ ਆਫ ਯੂਅਰ ਟਾਈਡ, ਦੂਸਰਾ ਫਲੱਡ। ਸੋ ਐਬ ਆਫ ਯੂਅਰ ਟਾਈਡ ਮਤਲਬ ਸਟਰਗਲਿੰਗ ਡੇਜ਼, ਫਲੱਡ ਮੀਨਸ ਗੁੱਡ ਟਾਈਮ। ਸੋ ਜੇ ਅਸੀਂ ਮਾੜੇ ਟਾਈਮ ਵੇਲੇ ਫਰੈਂਡਸ ਨੂੰ ਚਾਹੁੰਦੇ ਹਾਂ ਕਿ ਸਾਡੇ ਕੋਲ ਰਹਿਣ, ਤਾਂ ਸਾਨੂੰ ਚੰਗੇ ਟਾਈਮ ਵਿੱਚ ਵੀ ਆਪਣੇ ਫਰੈਂਡਸ ਨੂੰ ਆਪਣੇ ਕੋਲ ਜ਼ਰੂਰ ਰੱਖਣਾ ਚਾਹੀਦਾ ਹੈ। For what is your friend? ਉਹ ਕਿਹੋ ਜਿਹਾ ਤੁਹਾਡਾ ਦੋਸਤ ਹੋਇਆ that you should seek him with hours to kill, ਜਿਸ ਨੂੰ ਕਿ ਤੁਸੀਂ ਟਾਈਮ ਪਾਸ ਕਰਨ ਲਈ ਲੱਭਦੇ ਹੋ, ਭਾਵ ਟਾਈਮ ਨੂੰ ਕਿਲ ਕਰਨ ਲਈ ਲੱਭਦੇ ਹੋ, ਸਮੇਂ ਨੂੰ ਵੇਸਟ ਕਰਨ ਲਈ ਲੱਭਦੇ ਹੋ, ਭਾਵ ਵੇਲੀਆਂ ਗੱਪਾਂ ਮਾਰਨ ਲਈ ਲੱਭਦੇ ਹੋ। seek him always with hours to live, ਤੁਸੀਂ ਤਾਂ ਉਸ ਨੂੰ ਜੀਣ ਦੇ ਪਲਾਂ ਲਈ ਲੱਭੋ, ਭਾਵ ਉਸ ਦੇ ਨਾਲ ਸਮਾਂ ਬਿਤਾਉਣਾ ਤੁਹਾਨੂੰ ਜ਼ਿੰਦਗੀ ਲੱਗੇ, ਉਸ ਦੇ ਨਾਲ ਸਮਾਂ ਬਿਤਾ ਕੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੇ, ਉਸ ਦੇ ਨਾਲ ਸਮਾਂ ਬਿਤਾ ਕੇ ਤੁਹਾਨੂੰ ਲੱਗੇ ਕਿ ਮੇਰਾ ਸਮਾਂ ਸਫਲਾ ਹੋ ਗਿਆ ਹੈ। for it is his to fill your need, ਕਿ ਉਸ ਦਾ ਕੰਮ ਹੈ, ਉਸ ਦਾ ਫਰਜ਼ ਹੈ ਤੁਹਾਡੀ ਲੋੜ ਪੈਣ ਤੇ ਮਦਦ ਕਰਨੀ, ਬਟ ਨੋਟ ਯੂਰ ਐਮਪਟੀਨੈਸ। ਹਾਂ, ਪਰ ਉਸ ਦਾ ਇਹ ਫਰਜ਼ ਬਿਲਕੁਲ ਨਹੀਂ ਹੈ ਕਿ ਤੁਹਾਡੇ ਖਾਲੀਪਨ ਨੂੰ ਭਰਨਾ, ਤੁਹਾਡੇ ਵਿਹਲੇ ਸਮੇਂ ਨੂੰ ਆ ਕੇ ਨਾਲ ਬਿਤਾਣਾ, ਭਾਵ ਤੁਸੀਂ ਜੇ ਚਾਹੋ ਕਿ ਮੈਂ ਹੁਣ ਵਿਹਲਾ ਹਾਂ, ਕੋਈ ਮੇਰੇ ਨਾਲ ਆ ਕੇ ਗੱਲਾਂ ਮਾਰੇ, ਇਹ ਤੁਹਾਡੇ ਅੱਛੇ ਫਰੈਂਡ ਦਾ ਗੁਣ ਨਹੀਂ ਹੈ, ਇਹ ਤੁਹਾਡੇ ਅੱਛੇ ਫਰੈਂਡ ਦਾ ਫਰਜ਼ ਨਹੀਂ ਹੈ। ਹਾਂ, ਜਦੋਂ ਤੁਹਾਨੂੰ ਕੋਈ ਲੋੜ ਹੈ ਫਿਰ ਤੁਹਾਡਾ ਅੱਛਾ ਫਰੈਂਡ ਤੁਹਾਡੇ ਕੋਲ ਆਵੇ, ਤੁਹਾਨੂੰ ਕੰਪਨੀ ਦੇਵੇ, ਇਹ ਉਸ ਦਾ ਫਰਜ਼ ਹੈ, ਪਰ ਤੁਹਾਡੇ ਖਾਲੀ ਸਮੇਂ ਵਿੱਚ ਆ ਕੇ ਗੱਪਾਂ ਮਾਰ ਕੇ ਟਾਈਮ ਨੂੰ ਕਿਲ ਕਰਨਾ, ਇਹ ਤੁਹਾਡੇ ਅੱਛੇ ਦੋਸਤ ਦਾ ਫਰਜ਼ ਨਹੀਂ ਹੈ। ਐਂਡ ਇਨ ਦਾ ਸਵੀਟਨੈਸ ਆਫ ਫਰੈਂਡਸ਼ਿਪ ਲੈਟ ਦੇਅਰ ਬੀ ਲਾਫਟਰ ਐਂਡ ਸ਼ੇਅਰਿੰਗ ਆਫ ਪਲੈਜ਼ਰਸ, ਅਤੇ ਇਸ ਮਿੱਤਰਤਾ ਦੀ ਮਿਠਾਸ ਦੇ ਵਿੱਚ ਹਾਸੇ ਅਤੇ ਆਨੰਦ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰੋ। For in the dew of little things, ਸੋ ਇਸੇ ਤਰ੍ਹਾਂ ਦੀਆਂ ਜੋ ਛੋਟੀਆਂ-ਛੋਟੀਆਂ ਚੀਜ਼ਾਂ ਹਨ, ਛੋਟੀਆਂ-ਛੋਟੀਆਂ ਖੁਸ਼ੀਆਂ ਹਨ, ਇਹ ਇੱਕ ਡਿਊ ਦੀ ਤਰ੍ਹਾਂ ਹਨ, ਓਸ ਦੀ ਤਰ੍ਹਾਂ ਹਨ, ਜਿਹਦੇ ਨਾਲ the heart finds its morning, ਜਿਹਦੇ ਨਾਲ ਦਿਲ ਨੂੰ ਆਪਣੀ ਸਵੇਰ ਮਿਲਦੀ ਹੈ, ਭਾਵ ਜਿੱਦਾਂ ਸਵੇਰ ਵੇਲੇ ਫੁੱਲਾਂ ਦੇ ਉੱਤੇ ਓਸ ਦੀਆਂ ਬੂੰਦਾਂ ਉਸ ਨੂੰ ਰਿਫਰੈਸ਼ ਕਰਦੀਆਂ ਹਨ, ਤੇ ਇਸੇ ਤਰ੍ਹਾਂ ਸਾਡੇ ਦਿਲ ਲਈ ਵੀ ਇਹ ਛੋਟੀਆਂ-ਛੋਟੀਆਂ ਚੀਜ਼ਾਂ ਉਸ ਦੀਆਂ ਬੂੰਦਾਂ ਵਾਂਗ ਹਨ, ਜੋ ਕਿ ਸਾਡੇ ਮਾਈਂਡ ਨੂੰ, ਸਾਡੇ ਦਿਲ ਨੂੰ ਰਿਫਰੈਸ਼ ਕਰਦੀਆਂ ਹਨ, ਤਰੋਤਾਜ਼ਾ ਕਰਦੀਆਂ ਹਨ। ਸੋ ਇਹ ਸੀ ਇੱਕ ਬਹੁਤ ਹੀ ਅੱਛੀ ਪੋਇਮ ਰਿਟਨ ਬਾਏ ਖਲੀਲ ਜਿਬਰਾਨ, ਜਿਨ੍ਹਾਂ ਨੇ ਬਹੁਤ ਹੀ ਅੱਛੇ ਤਰੀਕਿਆਂ ਦੇ ਨਾਲ ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਿਮਿਲੀਜ਼ ਨੂੰ ਵਰਤਦੇ ਹੋਏ ਬਹੁਤ ਹੀ ਅੱਛਾ ਇਸ ਦਾ ਵਿਖਿਆਨ ਕੀਤਾ ਹੈ। ਸੋ ਮੇਰੀ ਵੀ ਕਵਿਤਾਵਾਂ ਪ੍ਰਤੀ, ਗਜ਼ਲਾਂ ਪ੍ਰਤੀ ਜੋ ਰੁਚੀ ਵਧੀ, ਉਹ ਉਦੋਂ ਵਧੀ ਜਦੋਂ ਮੈਂ ਇੱਕ ਪਹਿਲੀ ਗਜ਼ਲ ਸੁਣੀ, ਰੰਜਿਸ਼ ਹੀ ਸਹੀ, ਜੋ ਕਿ ਦੋਸਤੀ ਦੇ ਉੱਪਰ ਹੀ ਲਿਖੀ ਗਈ ਸੀ, ਰਿਟਨ ਬਾਏ ਅਹਿਮਦ ਫਰਾਜ਼। ਸੋ ਜਾਂਦੇ ਜਾਂਦੇ ਮੈਂ ਸੋਚਿਆ ਕਿ ਉਹ ਗਜ਼ਲ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਾਂ ਕਿ ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ लिए ਆ, ਕਿ ਜੇ ਤੈਨੂੰ ਮੇਰੇ ਨਾਲ ਰੰਜਿਸ਼ ਹੈ, ਭਾਵ ਗੁੱਸਾ ਗਿਲਾ ਹੈ, ਦਿਲ ਹੀ ਦੁਖਾਨੇ ਕੇ लिए ਆ, ਤੇ ਤਾਂ ਵੀ ਤੂੰ ਮੈਨੂੰ ਮਿਲਣ ਆ ਜਾ, ਭਾਵੇਂ ਮੇਰਾ ਦਿਲ ਹੀ ਦੁਖਾਨ ਲਿਆ, ਮੈਨੂੰ ਮੰਦਾ ਚੰਗਾ ਬੋਲਣ ਲਈ ਆ ਜਾ। रंजिश ही सही दिल ही दुखाने के लिए आ फिर से मुझे छोड़ के जाने के लिए आ, कि एक बार बहाने नाल मिल जा, भावें तू दोबारा मैनू छोड़ के चला जाए, मैनू कोई नहीं, पर एक बार आके ज़रूर मिल जा। कि किस किस को बताएंगे जुदाई का सबब हम, ਕਿ ਲੋਕੀ ਸਾਰੇ ਰੋਜ਼ ਪੁੱਛਦੇ ਨੇ ਕਿ ਤੁਸੀਂ ਹੁਣ ਮਿਲਦੇ ਨਹੀਂ, ਕੀ ਗੱਲ ਲੜਾਈ ਹੋ ਗਈ, ਕਿੰਨੀਆਂ ਗੱਲਾਂ ਬਣਾਉਂਦੇ ਨੇ, ਹੁਣ ਕਿਹਨੂੰ ਅਸੀਂ ਦਸੀਏ ਅਸੀਂ ਕਿਉਂ ਜੁਦਾ ਹੋ ਗਏ। किस किस को बताएंगे जुदाई का सबब हम, तो मुझसे खफा है तो ज़माने के लिए आ, मेरे नाल लड़ाई हुई मान लिया, पर तू ज़माने दा मुँह बंद कराने लिया जा, रंजिश ही सही दिल ही दुखाने के लिए आ। एक उम्र से हूँ लज्जते गिरिया से भी महरूम, लज्जत होंदा टेस्ट, गिरिया आंसू हंजू, महरूम डिप्राइव्ड यानी वांझा, कि काफ़ी समा बीत गया मैं अपने हंजुआं दा स्वाद नहीं चखिया, भाव मैं रो के नहीं देखा, मैनू कोई रुआ नहीं रहा। एक उम्र से हूँ लज्जते गिरिया से भी महरूम, ऐ राहते जां मुझको रुलाने के लिए आ, कि हे मेरे दोस्त मित्र, मेरी जान नू राहत देण वाले, मैनू रुवाण वास्ते ही आ जा, पर एक बार आके मिल जरूर जा। पहले से मरासिम ना सही, मरासिम हुंदा ताल्लुक रिश्ता, कि पहले से मरासिम ना सही फिर भी कभी तो
रस्मों रहे दुनिया ही निभाने के लिए आ कि फॉर्मैलिटी सेक ही आ जा कि चल ਅਸੀਂ ਕਦੀ ਇੱਕ ਦੂਜੇ ਦੇ ਅੱਛੇ ਫਰੈਂਡ ਸੀ ਉਸ ਹਿਸਾਬ ਦੇ ਨਾਲ ਹੀ ਮਿਲਣ ਆ ਜਾ रंजिश ही सही दिल ही दुखाने के लिए लास्ट ਦਾ शेर अब तक दिल खुश फहम को है तुझसे उम्मीदें कि मेरा दिल ਹਜੇ ਵੀ ਐਵੇਂ ਖੁਸ਼ ਫਹਿਮੀ ਦੇ ਵਿੱਚ ਗਲਤ ਫਹਿਮੀ ਦੇ ਵਿੱਚ ਖੁਸ਼ ਹੋਇਆ ਫਿਰਦਾ ਹੈ ਕਿ ਹਾਂ ਉਹ ਤੇਰਾ ਦੋਸਤ ਹੈ ਤੈਨੂੰ ਮਿਲੇਗਾ ਇਹ ਆਖਰੀ ਸ਼ਮੇ ਹੀ ਬੁਝਾਣੇ ਕੇ लिए ਤੂੰ ਇਹੀ ਦੱਸਣ ਲਈ ਆ ਜਾ ਕਿ ਮੈਂ ਤੇਰਾ ਕੋਈ ਦੋਸਤ ਨਹੀਂ ਮੈਂ ਤੈਨੂੰ ਬਿਲਕੁਲ ਨਹੀਂ ਮਿਲਣਾ ਤੂੰ ਇਸ ਭਾਵਨਾ ਦੇ ਨਾਲ ਹੀ ਆ ਜਾ ਪਰ ਇੱਕ ਵਾਰ ਆ ਜ਼रूर रंजिश ही सही दिल ही दुखाने के लिए आ फिर से मुझे छोड़ के जाने के लिए आ ਸੋ ਜਦੋਂ ਇਹੋ ਜੀ ਭਾਵਨਾ ਕਿਸੇ ਫਰੈਂਡ ਵਾਸਤੇ ਹੋਵੇ ਤਾਂ ਉਸ ਨੂੰ ਹੀ ਅਸੀਂ ਸੱਚੀ ਫਰੈਂਡਸ਼ਿਪ ਦਾ ਨਾਮ ਜੋ ਹੈ ਦੇ ਸਕਦੇ ਹਾਂ ਸੋ ਉਮੀਦ ਹੈ ਖਲੀਲ ਜਿਬਰਾਨ ਦੁਆਰਾ ਲਿਖੀ ਹੋਈ ਔਨ ਫਰੈਂਡਸ਼ਿਪ पोएम ਤੁਹਾਨੂੰ बहुत पसंद आई होगी मिलते हैं अगली वीडियोस तब तक लिए मैनू दियो इजाजत मैं परमजोत सिंह थैंक यू वेरी मच Thanks for watching this video. If you are new to this channel, kindly like, subscribe and hit the bell icon for latest updates. Thanks and